ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ। ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨਿਊਜ਼ ਦੇ ਪੇਜ ਨੂੰ ਲਾਈਕ ਕਰਨਾ ਨਾ ਭੁੱਲੋ। ਜਿੱਥੇ ਕਿ ਦਿੱਲੀ ਕੱਟੜਾ ਐਕਸਪ੍ਰੈਸਵੇ ਬਣ ਰਿਹਾ ਹੈ, ਉਸ ਦੇ ਸੰਬੰਧੀ ਕਿਸਾਨਾਂ ਵੱਲੋਂ ਅੱਜ ਭਵਾਨੀਗੜ੍ਹ ਦੇ ਵਿੱਚ ਧਰਨਾ ਲਾਏ ਜਾ ਰਹੇ ਹਨ। ਜਿੱਥੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੋਈ ਵੀ ਆਪਣੀ ਜ਼ਮੀਨ ਨਹੀਂ ਦੇਵਾਂਗੇ ਤੇ ਸਾਨੂੰ ਅਗਰ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਮੁਆਵਜ਼ਿਆਂ ਦੀ ਲੋੜ ਨਹੀਂ ਹੈ ਤੇ ਸਾਡੀ ਸਰਕਾਰਾਂ ਵੱਲੋਂ ਕੋਈ ਸੁਣਵਾਈ ਹੀ ਨਹੀਂ। ਜਿੱਥੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨਾਂ ਉਹਨਾਂ ਨੂੰ ਇੱਕ ਹਿੱਸਾ ਵੀ ਨਹੀਂ ਦੇਵਾਂਗੇ। ਅਤੇ ਹੋਰ ਕੀ ਕਿਹਾ। ਰਿਪੋਰਟ ਕ੍ਰਿਸ਼ਨ ਗਰਗ ਦੇ ਨਾਲ ਜਗਸੀਰ ਭਵਾਨੀਗੜ੍ਹ ਤੋਂ। ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ। ਮੇਰੀ ਜ਼ਮੀਨ ਹਰਕਿਸ਼ਨਪੁਰੇ ਪਿੰਡ ਦੇ ਵਿੱਚ ਆ ਰਹੀ ਹੈ, ਇਸ ਦਿੱਲੀ ਕੱਟੜਾ ਐਕਸਪ੍ਰੈਸਵੇ ਦੇ ਵਿੱਚ। ਸਰਕਾਰ ਤੁਹਾਨੂੰ ਕਿੰਨਾ ਮੁਆਵਜ਼ਾ ਦੇ ਰਹੀ ਹੈ ਬਾਈ ਜੀ? ਪਹਿਲੀ ਤਾਂ ਸਾਡੀ ਗੱਲ ਇਹ ਹੈ ਜੀ, ਅਸੀਂ ਕੋਈ ਵੀ ਬੰਦਾ ਜੋ ਇੱਥੇ ਕਿਸਾਨ ਆ ਸਾਡੇ ਆਲੇ ਦੁਆਲੇ ਪੂਰੇ ਪੰਜਾਬ ਦੇ ਵਿੱਚ ਦਿੱਲੀ ਕੱਟੜਾ ਐਕਸਪ੍ਰੈਸਵੇ ਨੂੰ ਜ਼ਮੀਨ ਦੇਣ ਨੂੰ ਚਾਹੁੰਦੇ ਹੀ ਨਹੀਂ। ਉਸ ਦਾ ਮੁੱਖ ਕਾਰਨ ਹੈ ਕਿ ਇੱਕ ਤਾਂ ਸੜਕ ਇਹ ਸਾਡੇ ਲਈ ਨਹੀਂ ਬਣ ਰਹੀ, ਸਰਮਾਏਦਾਰਾਂ ਲਈ ਬਣ ਰਹੀ ਹੈ। ਦੂਸਰਾ ਕਾਰਨ ਇਹ ਹੈ ਵੀ ਸਾਡਾ ਸੈਂਟਰ ਦੀ ਸਰਕਾਰ ਨਾਲ ਪਹਿਲਾਂ ਹੀ ਰੌਲਾ ਚੱਲ ਰਿਹਾ, ਜਿਹੜੇ 3 ਖੇਤੀ ਕਾਨੂੰਨ ਉਹਨਾਂ ਨੇ ਬਣਾਏ ਨੇ। ਪਰ ਇਹ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜੋ ਸਰਕਾਰੀ ਤੰਤਰ ਆ ਉਹਨੇ ਆਪਦਾ ਪ੍ਰੋਸੈਸ ਸ਼ੁਰੂ ਕਰ ਰੱਖਿਆ। ਸਾਡੇ ਉਰੇ ਨਜ਼ਦੀਕ ਹੀ ਮੇਰੇ ਪਿੰਡ ਤੋਂ 1 ਕਿਲੋਮੀਟਰ ਅੱਗੇ ਪਿੰਡ ਹੈ ਸੰਤੋਖਪੁਰਾ। ਇਹਨਾਂ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਉਸ ਪਿੰਡ ਦਾ ਅਵਾਰਡ ਕਰਤਾ, ਜਿਸ ਦਾ ਅਵਾਰਡ ਹੈਗਾ 9,52,206 ਰੁਪਏ ਪਰ ਏਕੜ। ਉਹ ਹੁਣ ਤੁਸੀਂ ਆਪ ਵੀ ਫਿਰਦੇ ਹੋ, ਪ੍ਰਸ਼ਾਸਨ ਵੀ ਫਿਰਦਾ ਤੇ ਜਿਹੜੇ ਸਾਰੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਪੰਜਾਬ ਦੇ ਵਿੱਚ ਅੱਜ ਜਿਹੜੀ ਜ਼ਮੀਨ ਆ ਉਸ ਦੀ ਕੋਈ ਕੀਮਤ ਨਹੀਂ ਹੈਗੀ। ਇਹ ਜੋ ਜ਼ਮੀਨ ਹੈ ਬਹੁਤ ਜ਼ਿਆਦਾ ਫਰਟਾਈਲ ਹੈ, ਉਪਜਾਊ ਹੈ। ਇੱਥੇ 3-3 ਫਸਲਾਂ ਹੁੰਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਜ਼ਮੀਨ ਸਾਡੀ ਮਾਂ ਹੈ। ਜਦੋਂ ਅਸੀਂ ਇਸ ਜ਼ਮੀਨ ਨੂੰ ਵੇਚਣੀ ਹੀ ਨਹੀਂ ਚਾਹੁੰਦੇ ਤਾਂ ਅਸੀਂ ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਤੇ ਕੋਈ ਰੇਟ ਰੂਟ ਲਾਉਣ ਦੀਆਂ ਗੱਲਾਂ ਨਾ ਕਰਨ, ਸਾਡੇ ਜ਼ਖਮਾਂ ਤੇ ਨੂਨ ਨਾ ਪੁੱਕਣ। ਸਰਕਾਰ ਤੋਂ ਮੁਆਵਜ਼ੇ ਦੀ ਮੰਗ ਹੈ ਸਾਡੀ ਪਹਿਲੇ ਨੰਬਰ ਤੇ ਤਾਂ ਸਾਡੀ ਸਰਕਾਰ ਤੋਂ ਕਿਸੇ ਤਰ੍ਹਾਂ ਦੇ ਕੋਈ ਮੁਆਵਜ਼ੇ ਦੀ ਮੰਗ ਨਹੀਂ ਹੈਗੀ। ਸਾਡਾ ਜੋ ਸੰਘਰਸ਼ ਹੈ ਮੁਆਵਜ਼ੇ ਦਾ ਸੰਘਰਸ਼ ਨਹੀਂ ਹੈਗਾ। ਸਾਡੀ ਲੜਾਈ ਹੈਗੀ ਹੈ ਸੈਂਟਰ ਦੀ ਸਰਕਾਰ ਨਾਲ, ਜੋ ਉਹ ਕਿਸਾਨ ਤੇ ਲੋਕ ਮਾਰੂ ਕਾਨੂੰਨ ਹਰ ਵਾਰ ਪਾਸ ਕਰਦੀ ਆ ਰਹੀ ਹੈ। ਪਰ ਹੁਣ ਉਹਨਾਂ ਦਾ ਜੋ ਪੰਗਾ ਪਿਆ ਨਾ ਉਹ ਕਿਸਾਨਾਂ ਨਾਲ, ਖਾਸ ਕਰਕੇ ਪੰਜਾਬੀਆਂ ਨਾਲ ਪਿਆ। ਅਸੀਂ ਸੈਂਟਰ ਦਾ ਕੋਈ ਵੀ ਪ੍ਰੋਜੈਕਟ ਦਿੱਲੀ ਕੱਟੜਾ ਐਕਸਪ੍ਰੈਸਵੇ ਜੋ ਉਹ ਕਹਿੰਦੇ ਨੇ ਵੀ ਮੋਦੀ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਹੈ, ਅਸੀਂ ਇਹਨੂੰ ਕਿਸੇ ਕੀਮਤ ਤੇ ਬੰਨ ਨਹੀਂ ਦੇਵਾਂਗੇ। ਸਾਡੇ ਪੰਜਾਬ ਦੇ ਵਿੱਚੋਂ 1 ਇੰਚ ਵੀ ਜ਼ਮੀਨ ਇਸ ਪ੍ਰੋਜੈਕਟ ਨੂੰ ਕਿਸੇ ਕੀਮਤ ਤੇ ਨਹੀਂ ਦਿੱਤੀ ਜਾਏਗੀ, ਕਿਉਂਕਿ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ, ਉਹਨਾਂ ਦੇ ਮੈਂਬਰ ਹਾਂ ਤੇ ਉਹਨਾਂ ਦੇ ਕਹੇ ਬਿਨਾਂ ਅਸੀਂ 1 ਇੰਚ ਵੀ ਜ਼ਮੀਨ ਆਪਦੀ ਕਿਸੇ ਕਿਸਾਨੀ ਸੰਘਰਸ਼ ਚੋਂ ਜੋ ਵੀ ਨੁਮਾਇੰਦੇ ਨਿਕਲੇ ਨੇ ਉਹਨਾਂ ਤੋਂ ਪੁੱਛੇ ਬਿਨਾਂ ਆਪਣੀ 1 ਇੰਚ ਜ਼ਮੀਨ ਕਿਸੇ ਵੀ ਕੇਂਦਰ ਦੇ ਸਰਕਾਰ ਦੇ, ਪੰਜਾਬ ਸਰਕਾਰ ਦੇ ਕਿਸੇ ਪ੍ਰੋਜੈਕਟ ਨੂੰ ਨਹੀਂ ਦੇਵਾਂਗੇ। ਗਵਰਨਰ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਨੇ, ਰਜਿਸਟਰੀਆਂ ਹੋ ਜਾਂਦੀਆਂ ਨੇ ਆਟੋਮੈਟਿਕ। ਜੇ ਗਵਰਨਰ ਵੱਲੋਂ ਆਰਡਰ ਜਾਰੀ ਕਰੇ ਜਾਣਗੇ, ਰਜਿਸਟਰੀਆਂ ਹੋ ਜਾਣਗੀਆਂ, ਉਹ ਤਾਂ ਸਿਰਫ ਕਾਗਜ਼ਾਂ 'ਚ ਹੋਣਗੀਆਂ। ਜ਼ਮੀਨ ਦੇ ਅਸੀਂ ਮਾਲਕ ਹਾਂ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ। ਇਹੋ ਜਿਹੀ ਕੋਈ ਗੱਲ ਨਹੀਂ। ਜ਼ਮੀਨ ਅੱਜ ਵੀ ਸਾਡੀ ਕਣਕ ਬੀਜੀ ਹੋਈ ਆ, ਉਹਨੂੰ ਵੱਢਾਂਗੇ ਵੀ, ਜੀਰੀ ਵੀ ਬੀਜਾਂਗੇ, ਲਾਵਾਂਗੇ, ਕੋਈ ਚੱਕਰ ਨਹੀਂ। ਅਸੀਂ ਸਰਕਾਰੀ ਤੰਤਰ ਨੂੰ ਤਾਂ ਸਿਰਫ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆਪਾਂ ਆਪਸ 'ਚ ਭਾਈਚਾਰਕ ਸਾਂਝ ਬਣਾ ਕੇ ਰੱਖੀਏ, ਆਪਾਂ ਆਪਸ 'ਚ ਨਾ ਟਕਰਾਈਏ। ਕਿਉਂਕਿ ਜੋ ਸਰਕਾਰਾਂ ਨੇ ਇਹਨਾਂ ਦੀਆਂ ਨੀਤੀਆਂ ਤਾਂ ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ ਨੇ। ਜੋ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਕਿਸਾਨਾਂ ਦੀ ਪੁੱਤਰ ਨੇ, ਉਹ ਵੀ ਸਾਡੇ ਦੁੱਖ ਦਰਦ ਨੂੰ ਸਮਝਣ। ਪਰ ਜੇ ਫਿਰ ਵੀ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਆਰ-ਪਾਰ ਦੀ ਲੜਾਈ ਲੜਨ ਨੂੰ ਤਿਆਰ ਹਾਂ। ਹਰਮਨਪ੍ਰੀਤ ਸਿੰਘ ਡਿੱਕੀ ਜੀ ਬਾਈ ਜੀ। ਜਿਹੜਾ ਐਕਸਪ੍ਰੈਸ ਕੱਟੜਾ ਵੀ ਬਣ ਰਿਹਾ ਜੀ, ਇਸ ਵਾਰ ਤੁਸੀਂ ਕੀ ਕਹਿੰਦੇ ਵੀਰ ਜੀ? ਐਕਸਪ੍ਰੈਸਵੇ ਇਹੋ ਜਿਹਾ ਐਕਸਪ੍ਰੈਸਵੇ ਬਣ ਰਿਹਾ ਜਿਹੜਾ ਪੰਜਾਬ ਨੂੰ 2 ਹਿੱਸਿਆਂ 'ਚ ਵੰਡ ਰਿਹਾ ਹੈ, ਭਰਾਵਾਂ ਨੂੰ ਭਰਾਵਾਂ ਨਾਲ ਲੜਾ ਰਿਹਾ ਹੈ। ਬਹੁਤ ਜਿਹੜੀਆਂ ਮੁਸ਼ਕਲਾਂ, ਜਿਹੜਾ ਪਾਣੀ ਦਾ ਦੇਖੋ ਕੋਈ ਨਿਕਾਸੀ ਨਹੀਂ ਹੋਣੀ। ਅਸੀਂ ਜ਼ਿਮੀਂਦਾਰਾਂ ਨੂੰ ਹਰੇਕ ਗੱਲ ਸਮਝਾ ਰਹੇ ਹਾਂ। ਜਿਹੜਾ ਇਹ ਐਕਸਪ੍ਰੈਸਵੇ ਹੈ ਇਹਨੂੰ ਜਿਹੜੀਆਂ ਪਹਿਲਾਂ ਸੜਕਾਂ ਬਣੀਆਂ ਉਹਦੇ ਨਾਲ ਰਿਲੇਟਡ ਕਰ ਰਹੇ ਹੈ। ਜੇ ਕਿਸੇ ਮੇਰੇ ਵੀਰ ਦੀ ਕੋਈ ਜਗ੍ਹਾ ਸਾਈਡ ਤੇ ਬਚ ਗਈ, ਬਿੱਗਾ ਬਚ ਗਿਆ, ਨਾ ਉੱਥੇ ਢਾਬਾ ਖੋਲ੍ਹ ਸਕਦਾ, ਨਾ ਦੁਕਾਨ ਬਣਾ ਸਕਦਾ, ਨਾ ਕੋਈ ਕਾਰੋਬਾਰ ਕਰ ਸਕਦਾ। ਟੋਟਲੀ ਬੈਨ ਹੈ ਇਹਦੇ 'ਤੇ, ਕ੍ਰਾਈਮ ਹੈ ਇਹਦੇ 'ਤੇ ਚੜ੍ਹਨਾ। ਸਕੂਟਰ ਮੋਟਰਸਾਈਕਲ ਇਹਦੇ 'ਤੇ ਨਹੀਂ ਚੜ੍ਹ ਸਕਦਾ। ਜੇ ਤੁਸੀਂ ਕਹੋ ਵੀ ਸਕੂਟਰ ਲੈ ਕੇ ਚਲੇ ਜਾਓਗੇ ਜਾਂ ਸਾਈਕਲ ਲੈ ਕੇ ਚਲੇ ਜਾਓਗੇ, ਟੋਲ ਇਹਦੇ 'ਤੇ ਇੰਨੇ ਲੱਗਣੇ ਆ ਹੱਦ ਤੋਂ ਵੱਧ। ਤੇ ਸਾਨੂੰ ਇਹ 'ਚ ਕੋਈ ਪੰਜਾਬ ਨੂੰ ਕੋਈ ਬੈਨੀਫਿਟ ਨਜ਼ਰ ਨਹੀਂ ਆ ਰਿਹਾ, ਜਿੰਨਾ ਦਿਖ ਰਿਹਾ ਪੰਜਾਬ ਦਾ ਨੁਕਸਾਨ ਨਜ਼ਰ ਆ ਰਿਹਾ। ਤੁਸੀਂ ਇਸ ਦਿਨ ਜਿਵੇਂ ਸਾਨੂੰ ਮੁਆਵਜ਼ਾ ਦਿੱਤਾ ਰਿਹਾ, ਤੁਸੀਂ ਇਹਦੇ ਨਾਲ ਠੀਕ ਨਹੀਂ ਹੈਗਾ ਵੀ ਜਿਵੇਂ ਗਵਰਨਰ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਨੇ, ਰਜਿਸਟਰੀਆਂ ਹੋ ਚੁੱਕੀਆਂ ਨੇ, ਉਸ ਬਾਰੇ ਕਿਵੇਂ? ਮੁਆਵਜ਼ੇ ਨਾਲ ਤਾਂ ਅਸੀਂ ਇਸ ਜਿਹੜਾ ਅੰਦੋਲਨ ਨੂੰ ਹੁਣ ਰਿਲੇਟਡ ਹੀ ਨਹੀਂ ਕਰ ਰਹੇ। ਸਾਡੀ ਤਾਂ ਜਿਹੜੀ ਸੈਂਟਰ ਸਰਕਾਰ ਨਾਲ ਇੱਕੋ ਲੜਾਈ ਹੈ, ਜਿੰਨੀ ਦੇਰ ਉਹ 4 ਕਾਨੂੰਨ ਰੱਦ ਨਹੀਂ ਹੁੰਦੇ, ਪੰਜਾਬ ਸਰਕਾਰ ਨੂੰ ਉਸ ਵੇਲੇ ਸੋਚਣਾ ਚਾਹੀਦਾ, ਇਸ ਪ੍ਰੋਜੈਕਟ ਨੂੰ ਬੰਦ ਕਰ ਦੇਣਾ ਚਾਹੀਦਾ। ਕੈਪਟਨ ਸਾਹਿਬ ਬਹੁਤ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ। ਹੁਣ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਜ਼ਿਮੀਂਦਾਰ ਉੱਥੇ ਲੜਨ ਕਿ ਇੱਥੇ ਲੜਨ? ਅਸੀਂ ਤਾਂ ਮੁਸ਼ਕਿਲ ਦੇ ਵਿੱਚ ਪਾਤੇ। ਧਰਨਾ ਉਰੇ ਦੀ ਬਜਾਏ ਅਸੀਂ ਕਹਿੰਦੇ ਵੀ ਦਿੱਲੀ ਲਾਇਆ ਜਾਵੇ। ਉਰੇ ਜਦੋਂ ਸਰਕਾਰ ਸੈਂਟਰ ਨਹੀਂ ਸੁਣਦਾ, ਸੈਂਟਰ ਸਰਕਾਰ ਦੇ ਹੱਥ 'ਚ ਹੈ ਪ੍ਰਪੋਜ਼ਲ, ਪੰਜਾਬ ਦੇ ਨਹੀਂ। ਇਹ ਗਲਤ ਗੱਲ ਹੈ। ਠੀਕ ਹੈ, ਗਾਈਡਲਾਈਨਸ ਉਹਨਾਂ ਦੀਆਂ, ਪਰ ਜਿਹੜਾ ਵਰਕ ਕਰਨਾ ਅਸੀਂ SDMਾਂ ਨੂੰ, DCਆਂ ਨੂੰ, ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ।
ਅਸੀਂ ਇਕੱਲੇ ਦਫ਼ਤਰ 'ਚ ਜਾ ਰਹੇ ਹਾਂ, ਇਕੱਲੇ ਨੂੰ ਅਸੀਂ ਦੱਸ ਰਹੇ ਹਾਂ ਵੀ ਸਾਨੂੰ ਤੁਸੀਂ ਵਿਹਲੇ ਕਰ ਦਿਓ ਉਦੋਂ ਤੱਕ। ਹੁਣ ਇਹਨਾਂ ਨੇ ਇੱਕ ਨਵੀਂ ਕਰਤੀ ਵੀ ਅਸੀਂ ਤੁਹਾਡਾ ਜਿਹੜਾ ਮੁਆਵਜ਼ਾ ਨਹੀਂ ਪਾਉਂਦੇ ਉਨੀ ਦੇਰ। ਪੰਜਾਬ ਸਰਕਾਰ ਨੇ ਐਸਡੀਐਮ ਨੇ ਸਾਡੇ ਨਾਲ ਵਾਅਦਾ ਕੀਤਾ, ਸਾਡੇ ਕੋਲ ਰਿਟਨ 'ਚ ਪਏ ਆ ਉਹਨਾਂ ਦੇ ਲਿਖੇ ਵੇ ਦਸਤੀ ਜਿਹੜੇ ਉਹਨਾਂ ਦੇ ਲਿਖੇ ਵੇ ਆ। ਪਰ ਮੁਆਵਜ਼ਾ ਪਾਉਣਾ ਤਾਂ ਫਿਰ ਸੈਂਟਰ ਨੇ, ਪੰਜਾਬ ਨੇ ਤਾਂ ਨਹੀਂ ਪਾਉਣਾ ਨੇ। ਪਾਉਣਾ ਜਿਹੜਾ ਹੈਗਾ ਉਹ ਪੰਜਾਬ ਨੇ ਆ, ਗਾਈਡਲਾਈਨਸ ਉਹਨਾਂ ਦੀਆਂ। ਇਹੀ ਤਾਂ ਸਾਡੀ ਦਿੱਕਤ ਹੈ, ਜਿਹਨੇ ਪੈਸੇ ਦੇਣੇ ਉਹ ਸਾਡੇ ਨਾਲ ਸਿੱਧੀ ਆ ਕੇ ਗੱਲ ਕਰਨੇ, ਵਿੱਚ ਦਲਾਲ ਕਿਉਂ ਬਣੇ ਵੇ ਐਸਡੀਐਮ। ਇਹ ਪ੍ਰਸ਼ਾਸਨ ਪੰਜਾਬ ਸਰਕਾਰ ਸਿੱਧਾ ਕਹੇ ਵੀ ਤੁਸੀਂ ਆ ਕੇ ਸਿੱਧੇ ਸਾਡੇ ਜ਼ਿਮੀਂਦਾਰਾਂ ਨਾਲ ਗੱਲ ਕਰੋ, ਸਾਡੇ ਨਾਲ ਬੈਠਣੋ, ਕੀ ਗੱਲਬਾਤ ਹੈ ਸਾਨੂੰ ਦੱਸਣ। ਸਾਡੇ ਤੋਂ ਹਿਡਨ ਰੱਖਿਆ, ਹਰੇਕ ਚੀਜ਼ ਸਾਡੇ ਤੋਂ ਲੁਕੋਈ ਜਾ ਰਹੀ ਹੈ। ਅਸੀਂ ਦਫ਼ਤਰਾਂ ਜਾਂਦੇ ਹਾਂ, ਉੱਥੇ ਸਾਡੇ ਜਿਹੜੇ ਜ਼ਿਮੀਂਦਾਰ ਸਾਰੇ ਖੜੇ ਆ, ਪੁੱਛ ਲਿਓ ਉੱਥੇ ਸਾਡੇ ਨਾਲ ਪਤਾ ਕਿਵੇਂ ਟਰੀਟ ਹੋ ਰਿਹਾ, ਜਿਵੇਂ ਅਸੀਂ ਜ਼ੁਲਮ ਕੋਈ ਬਹੁਤ ਵੱਡਾ ਪਾਪ ਕਰਕੇ ਉਹਨਾਂ ਕੋਲ ਜਾ ਰਹੇ ਹਾਂ। ਸਾਨੂੰ ਉੱਥੇ ਕੋਰਟ ਵਾਂਗੂ ਸੱਦਿਆ ਜਾ ਰਿਹਾ, ਖੜੇ ਰਹੋ, ਬੈਠਣ ਦੀ ਗੱਲ ਨਹੀਂ ਹੁੰਦੀ, ਧੁੱਪੇ ਖੜੇ ਰਹਿੰਦੇ ਸਾਰਾ ਦਿਨ, ਨੋਟਿਸ ਆ ਰਹੇ ਆ ਐਸਡੀਐਮਾਂ ਦੇ। ਉਹ ਸੈਂਟਰ ਦੀ ਗੱਲ ਹੈ, ਸਾਨੂੰ ਸੈਂਟਰ ਅਸੀਂ ਤਾਂ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿੰਦੇ ਆ, ਤੁਸੀਂ ਮੁੱਲ ਪਾਓ, ਉਸ ਤੋਂ ਬਾਅਦ ਅਸੀਂ ਸੈਂਟਰ ਨਾਲ ਲੜ ਲਾਂਗੇ। ਕਿਉਂ ਉਹਨਾਂ ਦੀਆਂ ਲੱਤਾਂ ਕੰਬਦੀਆਂ ਰੇਟ ਲਿਖਦੇ, ਕਿਉਂ ਨਹੀਂ ਉਹ ਸਾਡਾ ਰੇਟ ਪਾਉਂਦੇ, ਸਾਨੂੰ ਸਮਝ ਨਹੀਂ ਆ ਰਹੀ ਇਸ ਗੱਲ ਬਾਰੇ। 30 ਜਥੇਬੰਦੀਆਂ ਸੈਂਟਰ 'ਚ ਆਵਾਜ਼ ਨਹੀਂ ਉਠਾ ਸਕਦੀਆਂ ਪੰਜਾਬ ਦੀ ਜੋ ਪ੍ਰੋਬਲਮ ਆ ਰਹੀ ਹੈ, ਇੱਥੇ ਵੀ ਮੁੱਦਾ ਚੱਕਿਆ ਜਾ ਸਕਦਾ। ਬਿਲਕੁਲ ਚੱਕਿਆ ਜਾ ਸਕਦਾ, ਪਰ ਜਿਹੜਾ ਇਹ ਮੁੱਦਾ ਹੈ ਉਦੋਂ ਬਾਅਦ ਕ੍ਰੀਏਟ ਹੋਇਆ। ਜਿਹੜਾ ਉੱਥੇ ਜਦੋਂ ਦਿੱਲੀ ਚਲੇ ਗਏ, ਅਸੀਂ ਦੇਖਿਆ ਵੀ ਦਿੱਲੀ ਸਾਨੂੰ ਵੜਨ ਤੋਂ ਵੀ ਰੋਕਿਆ ਗਿਆ। ਹਰਿਆਣੇ ਦੇ ਵਿੱਚ ਸਾਡੇ ਕਿਸਾਨਾਂ ਦਾ ਕੀ ਹਾਲ ਕੀਤਾ, ਜਦੋਂ ਅਸੀਂ ਉਹ ਸੜਕਾਂ ਤੇ ਚੜ੍ਹ ਹੀ ਨਹੀਂ ਸਕਦੇ, ਉੱਥੇ ਬੈਰੀਅਰ ਲਾ ਸਕਦੇ ਆ, ਤੇ ਅਸੀਂ ਇਹਨਾਂ ਨੂੰ ਜ਼ਮੀਨ ਕਿਉਂ ਦਈਏ। ਉਸ ਵੇਲੇ ਸਾਡੇ ਵਿੱਚ ਇਹ ਜਾਗਰਤੀ ਆਈ ਆ ਵੀ ਅਸੀਂ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਸੈਂਟਰ ਨੂੰ। ਹੁਣ ਸਾਡੀ ਰਣਨੀਤੀ ਕੀ ਹੈ? ਸਾਡੀ ਰਣਨੀਤੀ ਇਹ ਹੈ ਵੀ ਜਿੰਨੀ ਦੇਰ ਸਾਡੇ ਜਥੇਬੰਦੀਆਂ ਵਾਪਸ ਨਹੀਂ ਆਉਂਦੀਆਂ, ਅਸੀਂ ਮੋਦੀ, ਅਡਾਨੀ, ਅਮਾਨੀ, ਚਾਹੇ ਪੰਜਾਬ ਸਰਕਾਰ ਹੈ, ਅਸੀਂ ਇਹ ਜ਼ਮੀਨ ਦੇ ਵਿੱਚ ਕਿਸੇ ਨੂੰ ਪੈਰ ਨਹੀਂ ਧਰਨ ਦੇਣਾ। ਦੇਖੋ, ਜਿਹੜੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਬਣਨੇ, ਉਸ ਪ੍ਰੋਜੈਕਟ ਵਾਸਤੇ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੀ ਜ਼ਮੀਨ ਲੈਣਾ ਚਾਹੁੰਦੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਸਾਰੇ ਅਫਸਰਸ਼ਾਹੀ ਜਿਹੜੀ ਹੈ ਉਹ ਕਿਸਾਨਾਂ ਨੂੰ ਉਜਾੜਨ ਤੇ ਤੁਲੀ ਹੋਈ ਹੈ। ਕੋਈ ਵੀ ਜਿਹੜਾ ਪ੍ਰੋਜੈਕਟ ਹੈ ਉਹ ਲੋਕਾਂ ਦੇ ਹਿੱਤ ਵਾਸਤੇ ਲਾਇਆ ਜਾਂਦਾ ਹੈ, ਔਰ ਖਾਸ ਕਰਕੇ ਪਹਿਲਾਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਸ ਦੇ ਨਾਲ ਇਲਾਕੇ ਦੇ ਵਿੱਚ ਖੁਸ਼ਹਾਲੀ ਆਵੇ। ਜੇ ਤੁਸੀਂ ਹਜ਼ਾਰਾਂ ਪਰਿਵਾਰਾਂ ਨੂੰ ਉਜਾੜ ਕੇ ਬਸ 1 ਮਿੰਟ ਲਈ ਹੋਰ ਬੇਨਤੀ ਕੋਈ ਪ੍ਰੋਜੈਕਟ ਬਣਾਉਣੇ ਹੋ ਤਾਂ ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਦੁਖਦਾਈ ਵਾਲੀ ਕੋਈ ਗੱਲ ਨਹੀਂ ਹੈ। ਅੱਜ ਸਾਰੇ ਇਲਾਕੇ ਦੇ ਜਿਹੜੇ ਕਿਸਾਨ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਲਈ ਸਰਕਾਰ ਨੋਟਿਸ ਦੇ ਰਹੀ ਹੈ, ਉਹਦੇ ਖਿਲਾਫ ਇਹ ਸਾਰੇ ਕਿਸਾਨ ਅੱਜ ਇਕੱਠੇ ਹੋਏ ਨੇ, ਕਿਉਂਕਿ ਕਿਸਾਨਾਂ ਦੇ ਭਵਿੱਖ ਦਾ ਸਵਾਲ ਹੈ। ਅੱਜ ਜਿਹੜੇ ਕਿਸਾਨ ਦੀ ਜ਼ਮੀਨ ਇਸ ਪ੍ਰੋਜੈਕਟ 'ਚ ਆ ਰਹੀ ਹੈ, ਪਹਿਲਾਂ ਤੋਂ ਜ਼ਮੀਨ ਜਿਹੜੀ ਹੈ 2 ਜਗ੍ਹਾ ਤੇ 3 ਜਗ੍ਹਾ ਵੰਡੀ ਜਾਣੀ ਹੈ। ਫਿਰ ਇਹ ਸੜਕ ਦਾ ਜਿਹੜੀ ਐਕਸਪ੍ਰੈਸ ਹਾਈਵੇ ਬਣਨੀ ਹੈ, ਇਹ ਘੱਟੋ ਘੱਟ 10-12 ਫੁੱਟ ਉੱਚੀ ਬਣਨੀ ਹੈ। ਤੇ ਫਿਰ ਸਭ ਤੋਂ ਵੱਡਾ ਮਜ਼ਾਕ ਜੋ ਕਿਸਾਨਾਂ ਦੇ ਨਾਲ ਕਰ ਰਹੇ ਨੇ ਕਿ ਜੀ ਜੋ ਨਵਾਂ ਲਾ ਆਇਆ ਜ਼ਮੀਨ ਅਕਵਾਇਰ ਕਰਨ ਦਾ, ਉਹਦੇ ਮੁਤਾਬਕ ਜਿਹੜਾ ਕਲੈਕਟਰ ਰੇਟ ਹੈ ਉਸ ਨੂੰ ਡਬਲ ਕਰਕੇ ਕੁਛ ਉਹਦੇ 'ਚ ਉਜਾੜਾ ਅਨਾਉਂਸ ਪਾ ਕੇ, ਉਹਦੀ ਬੜੀ ਹੈਰਾਨਗੀ ਦੀ ਗੱਲ ਹੈ ਕਿ ਕਦੇ 18 ਲੱਖ ਕਹਿੰਦੇ ਨੇ, ਕਦੇ 16 ਲੱਖ ਕਹਿੰਦੇ ਨੇ। ਇਹ ਕੋਈ ਸਰਕਾਰ ਦਾ ਜਿਹੜਾ ਹੈ ਲੋਕਾਂ ਦੇ ਨਾਲ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦੀ। ਅੱਜ ਇਹ ਆਪਣੇ ਦੁੱਖ ਨੂੰ ਲੈ ਕੇ ਅੱਜ ਚੀਰਵੀਂ ਠੰਡ ਦੇ ਵਿੱਚ ਸੜਕਾਂ ਦੇ ਉੱਤੇ ਧਰਨੇ ਦੇ ਰਹੇ ਨੇ। ਦੂਜੇ ਪਾਸੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਵਿਰੋਧੀ ਬਿੱਲ ਲੈ ਕੇ ਆਈ ਹੈ। ਸਾਰਾ ਪੰਜਾਬ, ਹਰਿਆਣਾ, ਸਾਰਾ ਦੇਸ਼ ਅੱਜ ਸੜਕਾਂ ਦੇ ਉੱਤੇ ਹੈ, ਬਾਰਡਰਾਂ 'ਤੇ ਬੈਠਾ ਹੈ, ਨੰਗੇ ਧੜ ਉੱਤੇ ਲੜਾਈ ਲੜ ਰਹੇ ਨੇ ਬੱਚਿਆਂ ਸਮੇਤ। ਪਰ ਕੋਈ ਕੇਂਦਰ ਸਰਕਾਰ ਦੇ ਉੱਤੇ ਦਿਮਾਗ 'ਤੇ ਬੋਝ ਨਹੀਂ ਹੈ ਕਿ ਜਿਹੜੇ ਕਾਨੂੰਨਾਂ ਦੀ ਕਿਸਾਨਾਂ ਨੂੰ ਲੋੜ ਨਹੀਂ, ਉਹਨਾਂ ਕਾਨੂੰਨਾਂ ਨੂੰ ਕਿਉਂ ਥੋਪਣਾ ਚਾਹੁੰਦੇ ਨੇ, ਕਿਉਂ ਪ੍ਰਾਈਵੇਟੇਸ਼ਨ ਕਰਨਾ ਚਾਹੁੰਦੇ ਨੇ, ਕੋਈ ਕਾਰਪੋਰੇਟ ਘਰਾਣਿਆਂ ਨੂੰ ਕਿਉਂ ਇਸ ਫੂਡ ਗ੍ਰੇਨ ਦੇ ਕਾਰੋਬਾਰ ਦੇ ਵਿੱਚ ਐਂਟਰ ਕਰਾਉਂਦੇ ਨੇ। ਕੀ ਇਹਦੇ ਨਾਲ ਉਹ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨਾ ਚਾਹੁੰਦੇ ਨੇ? ਪੰਜਾਬ ਦੀ ਜਿਹੜੀ ਸਾਰੀ ਇਕਨੋਮੀ ਹੈ ਉਹ ਅਨਾਜ ਤੇ ਫੂਡ ਤੇ ਡਿਪੈਂਡ ਹੈ, ਖੇਤੀਬਾੜੀ ਤੇ ਨਿਰਭਰ ਹੈ। ਜੇ ਪੰਜਾਬ ਦੀ ਖੇਤੀਬਾੜੀ ਨਾਲ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਨਾ ਇੱਥੇ ਆੜ੍ਹਤੀਏ ਨੇ ਬਚਣਾ, ਨਾ ਦੁਕਾਨਦਾਰ ਨੇ ਬਚਣਾ, ਨਾ ਮਜ਼ਦੂਰ ਨੇ ਬਚਣਾ ਤੇ ਨਾ ਇੰਡਸਟਰੀ ਨੇ ਬਚਣਾ। ਇਸ ਕਰਕੇ ਅੱਜ ਪੰਜਾਬ ਦਾ ਤੇ ਹਰਿਆਣੇ ਦਾ ਭਵਿੱਖ ਦਾਅ ਲੱਗਿਆ। ਦੂਜੇ ਪਾਸੇ ਜਿਹੜਾ ਇਹ ਕਿਸਾਨ ਮਾਰੂ ਫੈਸਲਾ ਹੈਗਾ, ਇਹਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ। ਔਰ ਅੱਜ ਇਹਨਾਂ ਨੂੰ ਸਹਿਯੋਗ ਦੇਣ ਲਈ ਔਰ ਇਹਨਾਂ ਨੂੰ ਸਮਰਥਨ ਦੇਣ ਲਈ ਇੱਥੇ ਆਇਆ। ਮੈਂ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਨਹੀਂ ਆਇਆ, ਨਾ ਹੀ ਸਾਡਾ ਕੋਈ ਰਾਜਨੀਤਿਕ ਮੋਟਿਵ ਹੈ, ਬਲਕਿ ਇਸ ਗੱਲ ਦਾ ਦੁੱਖ ਹੈ ਕਿ ਹਰ ਫੈਸਲਾ ਜਿਹੜਾ ਹੈ ਅੱਜ ਉਹ ਕਿਸ ਢੰਗ ਦੇ ਨਾਲ ਲੋਕ ਵਿਰੋਧੀ ਫੈਸਲੇ ਸਰਕਾਰ ਕਰਨ 'ਤੇ ਲੱਗੀ ਹੈ। ਅਫਸਰਸ਼ਾਹੀ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਇਸ ਗੱਲ ਤੋਂ ਬਾਜ਼ ਆ ਜਾਣ, ਨਹੀਂ ਤਾਂ ਇਹਦੇ ਨਤੀਜੇ ਜਿਹੜੇ ਨੇ ਬਹੁਤ ਭਿਆਨਕ ਨਿਕਲਣਗੇ। ਨਾ ਇੱਥੇ ਡਿਪਟੀ ਕਮਿਸ਼ਨਰ ਦਾ ਤੇ ਨਾ ਐਸਡੀਐਮ ਦਾ ਕੋਈ ਰੋਲ ਹੈ, ਇਹ ਖੁਦ ਮਾਲਕ ਨੇ। ਜਿਹੜਾ ਬੰਦਾ ਆਪਣੀ ਜ਼ਮੀਨ ਦਾ ਆਪ ਮਾਲਕ ਹੈ, ਉਹ ਆਪਣੀ ਜਾਇਦਾਦ ਨੂੰ ਇਸ ਤਰ੍ਹਾਂ ਕੌਡੀਆਂ ਦੇ ਪਾ ਸਰਕਾਰ ਨੂੰ ਲੁੱਟਣ ਦੀ ਆਗਿਆ ਨਹੀਂ ਦੇ ਸਕਦਾ। ਇਸ ਕਰਕੇ ਅੱਜ ਦੇਖੋ, ਕਿਸਾਨ ਕਦੇ ਵੀ
ਵੱਟ ਨਹੀਂ ਢਾਉਣ ਦਿੰਦਾ, ਇਹ ਤਾਂ ਜ਼ਮੀਨ ਹੈ। ਨਾ ਇੱਥੇ ਕਿਸੇ ਗਵਰਨਰ ਦਾ, ਨਾ ਇੱਥੇ ਕਿਸੇ ਮੁੱਖ ਮੰਤਰੀ ਦਾ, ਨਾ ਡੀਸੀ ਦਾ, ਕਿਸੇ ਦੀ ਕੋਈ ਗੱਲ ਨਹੀਂ ਚੱਲਣੀ, ਬਲਕਿ ਕਿਸਾਨਾਂ ਦਾ ਫੈਸਲਾ ਹੈ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ। ਕੋਈ ਵੀ ਕਿਸੇ ਦੀ ਮਾਲਕੀ ਦੀ ਜ਼ਮੀਨ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਤੇ ਕਿਸਾਨਾਂ ਨੂੰ ਵੀ ਸਾਰੇ ਕਾਨੂੰਨ ਦਾ ਪਤਾ ਹੈ ਕਿ ਜਿੰਨਾ ਚਿਰ ਅਵਾਰਡ ਜਾਰੀ ਹੋਣ ਤੋਂ ਬਾਅਦ, ਜਿੰਨਾ ਚਿਰ ਪੇਮੈਂਟਾਂ ਨਹੀਂ ਕਿਸਾਨ ਦੇ ਖਾਤੇ 'ਚ ਜਾਂਦੀਆਂ, ਉਹਨਾਂ ਚਿਰ ਇਹ ਜ਼ਮੀਨ ਜਿਹੜੀ ਹੈ ਟਰਾਂਸਫਰ ਨਹੀਂ ਹੋ ਸਕਦੀ। ਇਸ ਕਰਕੇ ਕਿਸਾਨਾਂ ਨੇ ਇਹ ਗੱਲ ਦਾ ਫੈਸਲਾ ਕੀਤਾ ਹੈ ਕਿ ਕੋਈ ਵੀ ਅਸੀਂ ਅਵਾਰਡ ਮੰਨਣਾ ਨਹੀਂ, ਕੋਈ ਪੇਮੈਂਟ ਲੈਣੀ ਨਹੀਂ, ਕੋਈ ਅਕਾਊਂਟ ਨੰਬਰ ਉਹਨਾਂ ਨੂੰ ਦੇਣਾ ਨਹੀਂ। ਉਹ ਕੌਣ ਨੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ? ਦੇਖੋ ਇੱਥੇ ਫੇਰ ਇੱਕ ਰਾਜਨੀਤਿਕ ਗੱਲ ਆ ਜਾਂਦੀ ਹੈ। ਕਿਸਾਨ ਚਾਹੁੰਦਾ ਮੈਂ ਜ਼ਮੀਨ ਦੇਣੀ ਨਹੀਂ, ਪਰ ਜਿੱਥੋਂ ਤੱਕ ਹੁਣ ਮੰਤਰੀ ਨੇ ਇਹ ਗੱਲ ਕਹਿਤੀ ਕਿ ਜੀ ਕੀ ਕਰ ਸਕਦੇ ਆ, ਕਰਨ ਵਾਸਤੇ ਸਰਕਾਰਾਂ ਕੋਲੇ ਬਹੁਤ ਕੁਝ ਹੈ। ਤੁਸੀਂ ਦੇਖੋ ਇੱਕ ਸੈਕਸ਼ਨ ਐਸੀ ਹੈ ਜਿਸ ਸੈਕਸ਼ਨ ਦੇ ਵਿੱਚ ਜਿਹੜਾ ਅਵਾਰਡ ਦੇਣਾ ਅਫਸਰ ਨੇ ਜਿੰਨੇ ਮਰਜ਼ੀ ਪੈਸਿਆਂ ਦਾ ਅਵਾਰਡ ਦੇ ਸਕਦਾ ਹੈ। ਇਹ ਸਾਨੂੰ ਮੱਤਾਂ ਕੀ ਦੇਣਗੇ? ਸਾਨੂੰ ਤਾਂ ਸਾਰੀ ਚੀਜ਼ ਦਾ ਪਤਾ ਹੈਗਾ। ਤੁਸੀਂ ਮੈਨੂੰ ਇਹ ਦੱਸੋ, ਕਦੇ ਕਾਨੂੰਨ ਬਣਿਆ ਹੈਗਾ ਕੋਈ ਵੀ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੋਵੇ ਤਾਂ ਜਿਹੜਾ ਜ਼ਮੀਨ ਅਕਵਾਇਰ ਕਰਨ ਦਾ ਮੈਟਰ ਹੈ ਇਹ ਤਾਂ ਸਟੇਟ ਗਵਰਨਮੈਂਟ ਦਾ ਹੈ। ਸਟੇਟ ਗਵਰਨਮੈਂਟ ਨੇ ਜ਼ਮੀਨ ਲੈ ਕੇ ਦੇਣੀ ਹੈ, ਨਾ ਕਿ ਕੇਂਦਰ ਸਰਕਾਰ ਨੇ ਆ ਕੇ ਸਿੱਧੀ ਲੈਣੀ ਹੈ। ਇਸ ਕਰਕੇ ਸੈਕਸ਼ਨ 38 ਅਲਾਓ ਕਰਦੀ ਹੈ ਕਿ ਐਸਡੀਐਮ ਮਾਰਕੀਟ ਫੀਸ ਦੇ ਨਾਲੋਂ, ਮਾਰਕੀਟ ਰੇਟ ਨਾਲੋਂ ਚਾਹੇ 10 ਗੁਣਾ ਰੇਟ ਪਾਵੇ ਜੋ ਮਾਰਕੀਟ 'ਚ ਬਣਦਾ ਹੈਗਾ। ਕੌਣ ਕਹਿੰਦਾ ਕਿ ਇਸ ਐਕਟ ਦੇ ਵਿੱਚ ਪੈਸੇ ਨਹੀਂ ਦਿੱਤੇ ਜਾ ਸਕਦੇ? ਤੇ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਬਠਿੰਡਾ ਰੋਡ ਬਣੀ ਹੈ ਤੇ ਅਸੀਂ 2-2, 1.5 ਕਰੋੜ ਰੁਪਏ ਪਰ ਏਕੜ ਦਾ ਦਵਾਇਆ। ਕਿਸ ਤਰ੍ਹਾਂ ਦਵਾਤਾ? ਕਿਹੜੇ ਕਾਨੂੰਨ ਸੀ ਉਦੋਂ? ਫਿਰ ਸਰ ਰੋਕਣ ਦਾ ਕੋਈ ਪ੍ਰਪੋਜ਼ਲ ਹੈ ਜੀ? ਇਹਦੀ ਰੋਕਣ ਦੀ ਕੋਈ ਪ੍ਰਪੋਜ਼ਲ ਹੈ? ਤੁਹਾਡੀ ਤਾਕਤ ਤੁਹਾਡਾ ਇੱਕ ਆ। ਇਹ ਸਰਕਾਰਾਂ ਨੂੰ ਝੁਕਾਉਣ ਵਾਸਤੇ ਉਹਨਾਂ ਦੇ ਗਲ ਗੁੱਠਾ ਦੇਣਾ ਪੈਣਾ। ਇਹ ਅਫਸਰਸ਼ਾਹੀ ਉਹਨਾਂ 'ਚ ਰੁੱਟ ਕੇ ਸੁੱਤੀ ਪਈ ਰਹੂਗੀ, ਕਿਉਂਕਿ ਉਹਨਾਂ ਦਾ ਕਿਹੜਾ ਕੋਈ ਜਾਂਦਾ ਹੈ। ਜਿਸ ਤਰ੍ਹਾਂ ਲਾਗੇ ਜਿਹਦੇ ਘਰੋਂ ਕੋਈ ਜਾਣਾ ਹੀ ਨਹੀਂ, ਅਫਸਰਾਂ ਨੇ ਘਰੋਂ ਕੋਈ ਜੇ ਇਹ ਜ਼ਮੀਨ ਕਿਸੇ ਐਸਡੀਐਮ ਦੀ ਜਾਂ ਡੀਸੀ ਦੀ ਹੁੰਦੀ ਤਾਂ ਉਹ ਦੇ ਦਿੰਦਾ ਆਪਣੀ ਜ਼ਮੀਨ ਨੂੰ। ਇਸ ਕਰਕੇ ਹੈਗਾ ਕਿ ਕਿਸਾਨਾਂ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਇਸ ਪ੍ਰੋਜੈਕਟ ਲਈ ਅਸੀਂ ਜ਼ਮੀਨ ਨਹੀਂ ਦੇਣੀ, ਅਤੇ ਇਹਨਾਂ ਨੂੰ ਸਮਰਥਨ ਦੇਣ ਲਈ ਮੈਂ ਅੱਜ ਨਿੱਜੀ ਤੌਰ ਤੇ ਆਇਆ। ਸੂਬਾ ਸਰਕਾਰ ਜਿਹੜੀ ਰੋਕ ਸਕਦੀ ਹੈ? ਬਹੁਤ ਕੁਝ ਕਰ ਸਕਦੀ ਹੈ। ਸੂਬੇ ਦੀ ਸਰਕਾਰ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਆਉਣ ਵਾਲੇ ਦਿਨਾਂ 'ਚ ਰਣਨੀਤੀ ਕੀ ਰਹੂਗੀ ਤੁਹਾਡੀ ਆਪਣੀ? ਆਉਣ ਵਾਲੀ ਰਣਨੀਤੀ ਬੜੀ ਕਲੀਅਰ ਹੈ ਕਿ ਕਿਸਾਨਾਂ ਦਾ ਉਜਾੜਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। Audio Jungle।